ਜਦੋਂ ਆਪਾਂ ਬਾਬਾ ਫਰੀਦ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਉਹਨਾਂ ਨੇ ਰੱਬ ਨੂੰ ਵਸ ਕਰਨ ਦਾ ਇੱਕ ਤਰੀਕਾ ਦੱਸਿਆ ਵਾ। ਦੁਨੀਆ ਦੇ ਬੜੇ ਬੜੇ ਤਰੀਕੇ ਨੇ ਰੱਬ ਨੂੰ ਵਸ ਕਰਨ ਦੇ, ਤੇ ਬਾਣੀ ਵੀ ਕਹਿੰਦੀ ਕਿ ਨਾ ਤੂੰ ਆਵੇਂ ਵਸ ਤੀਰਥ ਨਹਾਈਏ। ਲੋਕੀ ਤੀਰਥਾਂ ਤੇ ਜਾਂਦੇ ਨੇ। ਮਹਾਰਾਜ ਨੇ ਕਿਹਾ ਵੀ ਤੀਰਥਾਂ ਤੇ ਜਾਓ ਪਰ ਰੱਬ ਨਹੀਂ ਜੇ ਵਸ ਵਿੱਚ ਆਉਣਾ। ਨਾ ਤੂੰ ਆਵੇਂ ਵਸ ਧਰਤੀ ਧਾਈਏ। ਲੋਕੀ ਧਰਤੀ ਦਾ ਰਟਨ ਕਰਦੇ ਨੇ। ਪਰ ਲੋਕੀ ਧਰਮ ਗ੍ਰੰਥਾਂ ਨੂੰ ਪੜ੍ਹਦੇ ਨੇ। ਸਾਹਿਬ ਕਹਿੰਦੇ ਨਾ ਤੂੰ ਆਵੇਂ ਵਸ ਵੇਦ ਪੜ੍ਹਾਵਣੇ। ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ। ਤੇ ਫਿਰ ਜਿਸ ਤਰ੍ਹਾਂ ਰੱਬ ਵਸ ਵਿੱਚ ਨਹੀਂ ਆਉਂਦਾ ਤੇ ਮਹਾਰਾਜ ਕਹਿੰਦੇ ਤੂੰ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ। ਤੇ ਬਾਬਾ ਫਰੀਦ ਜੀ ਨੇ ਪਰਮੇਸ਼ਰ ਨੂੰ ਵਸ ਕਰਨ ਦਾ ਇੱਕ ਤਰੀਕਾ ਦੱਸਿਆ ਹੈ। ਜਿਹੜੇ ਲੋਕਾਂ ਤਰੀਕੇ ਅਪਣਾਏ ਨੇ ਕੋਈ ਹੋਰ ਨੇ, ਤੇ ਜਿਹੜੇ ਬਾਬਾ ਫਰੀਦ ਜੀ ਨੇ ਤਰੀਕਾ ਦੱਸਿਆ ਉਹ ਤਰੀਕਾ ਕੋਈ ਹੋਰ ਵਾ। ਉਹ ਕਹਿੰਦੇ ਨੇ ਕਵਣ ਸੋ ਅੱਖਰ, ਉਹ ਕਿਹੜੇ ਅੱਖਰ ਪੜ੍ਹੇ ਜਾਣ। ਉਹ ਕਿਹੜੇ ਅੱਖਰ ਹੈ ਜਿਹਦਿਆਂ ਪੜ੍ਹਦਿਆਂ ਰੱਬ ਦਾ ਪਤਾ ਲੱਗ ਜਾਂਦਾ ਹੈ, ਉਸ ਦਾ ਗਿਆਨ ਹੋ ਜਾਂਦਾ ਹੈ। ਕਵਣ ਸੋ ਅੱਖਰ, ਅੱਖਰ ਮੈਨੇ ਵਿਦਿਆ। ਉਹ ਕਿਹੜਾ ਗਿਆਨ ਆ, ਉਹ ਕਿਹੜੀ ਵਿਦਿਆ ਵਾ। ਜਿੱਦਾਂ ਅੱਜ ਵੀ ਦਰਬਾਰ ਸਾਹਿਬ ਤੋਂ ਵਾਕ ਨਹੀਂ ਆਇਆ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਰਾਮ ਕਲੀ ਮਹੱਲਾ ਪਹਿਲਾ। ਹਮ ਡੋਲਤ ਬੇੜੀ ਪਾਪ ਭਰੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਸਾਡੀ ਜਿਹੜੀ ਮੱਤ ਵਾ ਨਾ ਉਹ ਪਾਪਾਂ ਨਾਲ ਭਰ ਗਈ ਹੈ। ਹਮ ਡੋਲਤ ਬੇੜੀ ਪਾਪ ਭਰੀ ਹੈ। ਤੇ ਜਦੋਂ ਬੇੜੀ ਭਰੀ ਹੋਵੇ ਨਾ, ਅਗਰ ਖਾਲੀ ਬੇੜੀ ਹੈ ਉਹਦੇ ਡੁੱਬਣ ਦੇ ਚਾਂਸ ਬਹੁਤ ਘੱਟ ਹੁੰਦੇ ਨੇ। ਕਿਉਂਕਿ ਖਾਲੀ ਬੇੜੀ ਜਦੋਂ ਹੁੰਦੀ ਹੈ ਤੇ ਜਦੋਂ ਲਹਿਰ ਆਉਂਦੀ ਹੈ ਤੇ ਬੇੜੀ ਤਾਂ ਨੂੰ ਉੱਠ ਜਾਂਦੀ ਹੈ, ਉੱਪਰ ਹੋ ਜਾਂਦੀ ਹੈ ਪਾਣੀ ਦੇ। ਜਿਨ੍ਹਾਂ ਨੇ ਕਦੇ ਸਮੁੰਦਰ 'ਚ ਵੇਖਿਆ ਹੋਵੇ ਨਾ ਜਾ ਕੇ, ਉਹਨਾਂ ਨੂੰ ਪਤਾ ਵੀ ਜਿੰਨੀ ਬੇੜੀ ਹੌਲੀ ਹੋਊਗੀ, ਅਗਰ ਸਮੁੰਦਰ ਵਿੱਚ ਕੋਈ ਝੱਖੜ ਆ ਗਿਆ ਹੈ, ਹਵਾ ਆ ਗਈ ਹੈ, ਹਨੇਰੀ ਆ ਗਈ ਹੈ, ਤੇ ਬੇੜੀ ਹੌਲੀ ਆ ਤੇ ਪਾਣੀ ਤੇ ਤਾਂ ਨੂੰ ਉਛਾਲੇ ਮਾਰਦੀ ਹੈ। ਤੇ ਜੇ ਬੇੜੀ ਪਹਿਲੋਂ ਹੀ ਓਵਰਲੋਡ ਹੋਵੇ, ਬਹੁਤ ਭਰੀ ਹੋਵੇ, ਤੇ ਹਵਾ ਦੇ ਆਉਂਦਿਆਂ ਬੇੜੀ ਡੁੱਬ ਜਾਂਦੀ ਹੈ। ਤੇ ਮਹਾਰਾਜ ਕਹਿੰਦੇ ਮੱਤ ਪਾਪਾਂ ਨਾਲ ਬਹੁਤ ਭਰੀ ਹੋਵੇ, ਬਹੁਤ ਭਰੀ ਹੋਵੇ, ਤੇ ਜੇ ਮਾੜੀ ਜੀ ਹਵਾ ਆ ਗਈ ਨਾ ਕੁਸੰਗਤ ਦੀ, ਮੱਤ ਤੇ ਪਹਿਲੋਂ ਭਰੀ ਹੋਈ ਹੈ ਪਾਪਾਂ ਨਾਲ, ਤੇ ਬਾਹਰੋਂ ਕੋਈ ਕੁਸੰਗੀ ਮਿਲ ਗਿਆ, ਭੈੜਾ ਵਿਅਕਤੀ ਮਿਲ ਗਿਆ,
ਤੇ ਮਹਾਰਾਜ ਦੇ ਇਹ ਜ਼ਿੰਦਗੀ ਦੀ ਬੇੜੀ ਡੁੱਬਦਿਆਂ ਕੋਈ ਸਮਾਂ ਨਹੀਂ ਲੱਗਣਾ, ਬੜੀ ਛੇਤੀ ਡੁੱਬ ਜਾਣੀ ਜ਼ਿੰਦਗੀ ਦੀ ਬੇੜੀ। ਤੇ ਜੇ ਮੱਤ ਰੂਪੀ ਬੇੜੀ ਵਿੱਚ ਪਾਪ ਨਹੀਂ ਹੈ, ਅਗਰ ਕੋਈ ਕੁਸੰਗੀ ਮਿਲ ਵੀ ਗਿਆ ਤਾਂ ਹੋ ਸਕਦਾ ਜ਼ਿੰਦਗੀ ਦੀ ਬੇੜੀ ਬਚ ਜਾਵੇ, ਕਿਉਂਕਿ ਪਾਪਾਂ ਨਾਲ ਭਰੀ ਨਹੀਂ ਹੈ ਮੱਤ। ਹਮ ਡੋਲਤ ਬੇੜੀ ਪਾਪ ਭਰੀ ਹੈ, ਪਾਵਣ ਲੱਗੇ ਮਤ ਜਾਈ। ਜਿੰਨੀ ਬੇੜੀ ਵੱਡੀ ਬਹੁਤ ਭਰੀ ਹੋਊਗੀ ਉਨੇ ਡੁੱਬਣ ਦੇ ਚਾਂਸ ਨੇ, ਜਿੰਨੀ ਬੇੜੀ ਹੌਲੀ ਹੋਊਗੀ ਉਨੇ ਘੱਟ ਚਾਂਸ ਨੇ। ਜਿੰਨੀ ਮੱਤ ਪਾਪਾਂ ਨਾਲ ਭਰੀ ਹੋਊਗੀ ਉਨੇ ਵੱਧ ਡੁੱਬਣ ਦੇ ਚਾਂਸ ਨੇ। ਅਗਰ ਬੇੜੀ ਬਹੁਤ ਭਰ ਗਈ ਹੈ, ਓਵਰਲੋਡ ਹੋ ਗਈ ਹੈ, ਹਨੇਰੀ ਨਾ ਵੀ ਆਵੇ ਬੇੜੀ ਤਾਂ ਵੀ ਡੁੱਬ ਜਾਣੀ ਹੈ। ਅਗਰ ਮੱਤ ਪਾਪਾਂ ਨਾਲ ਬਹੁਤ ਭਰ ਗਈ ਆ, ਭਰੀਏ ਮੱਤ ਪਾਪਾਂ ਕੇ ਸੰਗ, ਤੇ ਹਨੇਰੀ ਤੋਂ ਬਿਨਾਂ ਵੀ ਡੁੱਬ ਜਾਣੀ ਹੈ। ਜ਼ਿੰਦਗੀ ਵੈਸੇ ਹੀ ਡੁੱਬ ਜਾਣੀ ਜੇ ਪਾਪਾਂ ਨਾਲ ਭਰ ਗਈ ਆ। ਤੇ ਮਰ ਕਹਿੰਦੇ ਹਮ ਡੋਲਤ ਬੇੜੀ ਪਾਪ ਭਰੀ ਹੈ, ਪਵਣ ਲੱਗੇ ਮਤ ਜਾਈ। ਸਨਮੁਖ ਸਿੱਧ ਭੇਟਣ ਕੋ ਆਏ, ਨੇਚੋ ਦੇ ਵਡਿਆਈ। ਅੱਜ ਦੇ ਵਿੱਚ ਇਹਦੇ ਚ ਇੱਕ ਬਚਨ ਆਇਆ ਸੀ ਕਿ ਪਰਸਤ ਪੈਰ, ਜਿਹੜਾ ਅੱਜ ਦੇ ਵਾਕ ਦੇ ਵਿੱਚ ਆਇਆ ਸੀ ਨਾ, ਮੈਂ ਅੱਖਰ ਦੀ ਗੱਲ ਕਰ ਰਿਹਾ ਕਿ ਕਵਣ ਸੋ ਅੱਖਰ, ਉਹ ਕਿਹੜਾ ਅੱਖਰ ਵਾ, ਉਹ ਕਿਹੜੀ ਪੜ੍ਹਾਈ ਆ ਜਿਹੜੀ ਪੜ੍ਹੀ ਜਾਵੇ ਤੇ ਉਹ ਵਸ ਵਿੱਚ ਹੋ ਜਾਂਦਾ ਹੈ। ਜੇ ਨਾ ਤੂੰ ਆਵੇ ਵਸ ਭੇਦ ਪੜਾਵਣੇ, ਲੋਕੀ ਵੇਦ ਪੜ੍ਹਦੇ ਨੇ ਤੇ ਵੇਦ ਪੜ੍ਹਾਉਂਦੇ ਨੇ, ਸਾਹਿਬ ਕਹਿੰਦੇ ਵਸ ਵਿੱਚ ਵੀ ਨਹੀਂ ਆਉਂਦਾ। ਜੋ ਪੜ੍ਹਨਾ ਸੀ ਉਹ ਤਾਂ ਪੜ੍ਹਿਆ ਹੀ ਨਹੀਂ ਹੈ, ਜੋ ਪੜ੍ਹਨਾ ਸੀ ਉਹ ਅੱਬਾ ਅੱਜ ਫਰੀਦ ਜੀ ਕਹਿ ਰਹੇ ਤੂੰ ਕਿਹੜੀ ਪੜ੍ਹਾਈ ਪੜ੍ਹੇ। ਕਵਣ ਸੋ ਅੱਖਰ, ਅੱਖਰ ਮੈਨੇ ਵਿਦਿਆ। ਤੇ ਮਰ ਕੇ ਅੱਖਰ ਪੜ ਪੜ ਭੁੱਲੀਏ, ਭੇਖੀ ਬਹੁਤ ਅਭਮਾਨ। ਜਿੰਨੇ ਅੱਖਰ ਬਾਹਰ ਬੰਦਾ ਪੜ੍ਹ ਲੈਂਦਾ ਹੈ, ਮਰ ਕੇ ਜੇਤਾ ਪੜ੍ਹਿਆ ਤੇਤਾ ਕੜਿਆ। ਅੱਖਰ ਪੜ ਪੜ ਭੁੱਲੀਏ। ਤੁਸੀਂ ਇਹ ਦੁਨਿਆਵੀ ਅੱਖਰ ਪੜ੍ਹਦੇ ਰਹੋਗੇ ਤੇ ਭੁੱਲ ਜਾਓਗੇ ਰੱਬ ਨੂੰ। ਇਹ ਅੱਖਰ ਖਿਰ ਜਾਹੇਂਗੇ, ਕੌਣ ਸੋ ਅੱਖਰ। ਬਾਬਾ ਫਰੀਦ ਜੀ, ਗੁਰੂ ਨਾਨਕ ਸਾਹਿਬ ਕਹਿੰਦੇ ਪਰਸਤ ਪੈਰ ਸਿਜਤ ਸੇ ਸਿਜਤ ਤੇ ਸੁਆਮੀ। ਅੱਖਰ ਜਿਨ ਕੋ ਆਇਆ, ਕਵਣ ਸੋ ਅੱਖਰ। ਉਹ ਕਿਹੜੀ ਵਿਦਿਆ ਹੈ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਅੱਜ ਵੀ ਕਹਿੰਦੇ ਨੇ ਪਰਸਤ ਪੈਰ ਸਿਜਤ ਤੇ ਸੁਆਮੀ। ਅੱਖਰ ਜਿਨ ਕੋ ਆਇਆ, ਜਿਹਨੂੰ ਰੱਬ ਦੀ ਪੜ੍ਹਾਈ ਪੜ੍ਹਨੀ ਆ ਗਈ ਉਹਦਾ ਜੀਵਨ ਸਫਲ ਹੋ ਗਿਆ ਹੈ। ਜਿਹੜਾ ਰੱਬ ਨੂੰ ਪੜ੍ਹ ਗਿਆ, ਜਿਹੜੇ ਉਹ ਅੱਖਰ ਪੜ੍ਹ ਗਿਆ ਹੈ, ਜਿਹਦੇ ਅੱਖਰਾਂ ਨਾਲ ਉਹਦੀ ਪ੍ਰਾਪਤੀ ਹੁੰਦੀ ਆ। ਤੇ ਬਾਬਾ ਫਰੀਦ ਜੀ ਕਹਿ ਰਹੇ ਨੇ ਕੌਣ ਸੋ ਅੱਖਰ। ਉਹ ਅੱਖਰ ਕਿਹੜੇ ਨੇ, ਉਹ ਵਿਦਿਆ ਕਿਹੜੀ ਆ। ਕਵਣ ਸੋ ਅੱਖਰ ਕਵਣ ਗੁਣ। ਉਹ ਕਿਹੜਾ ਗੁਣ ਵਾ, ਇੱਕ ਤੇ ਉਹ ਵਿਦਿਆ ਕਿਹੜੀ ਆ, ਉਹ ਅੱਖਰ ਕਿਹੜੇ ਨੇ ਜਿਹੜੇ ਪੜ੍ਹੇ ਜਾਣ। ਕਵਣ ਸੋ ਅੱਖਰ, ਉਹ ਅੱਖਰ ਕਿਹੜਾ ਹੈ। ਕਵਣ ਗੁਣ, ਤੇ ਕਿਹੜਾ ਗੁਣ। ਇੱਕ ਤੇ ਉਹ ਵਿਦਿਆ ਕਿਹੜੀ ਆ ਜਿਹਨੂੰ ਪੜ੍ਹੀਏ ਤੇ ਉਸ ਦੀ ਪ੍ਰਾਪਤੀ ਹੋ ਜਾਵੇ। ਤੇ
ਉਹ ਕਿਹੜਾ ਗੁਣ ਵਾ ਜਿਹੜਾ ਧਾਰਨ ਕਰੀਏ ਤੇ ਉਸ ਨੂੰ ਚੰਗਾ ਲੱਗੇ। ਇੱਕ ਤੇ ਵਿਦਿਆ ਕਿਹੜੀ, ਕਵਣ ਸੋ ਅੱਖਰ, ਤੇ ਇੱਕ ਉਹ ਗੁਣ ਕਿਹੜਾ ਜਿਹਨੂੰ ਧਾਰਨ ਕਰੀਏ ਤੇ ਉਸ ਦੀ ਪ੍ਰਾਪਤੀ ਹੁੰਦੀ ਹੈ। ਦੂਸਰਾ ਸਵਾਲ ਹੈ, ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਨਿਆ ਮੰਤਾ। ਉਹ ਮੰਤਰ ਕਿਹੜਾ ਹੈ? ਇੱਕ ਤੇ ਪੜ੍ਹਾਈ ਦੁਆਰਾ ਪਤਾ ਲੱਗਦਾ ਕੀ ਚੀਜ਼ ਹੈ। ਕਿਸੇ ਡੱਬੇ ਤੇ ਕੋਈ ਲਿਖਿਆ ਹੋਵੇ ਤਾਂ ਜੇ ਮੈਂ ਪੜ੍ਹਨਾ ਜਾਣ ਗਿਆ ਉਸ ਨੂੰ ਤੇ ਮੈਨੂੰ ਪਤਾ ਲੱਗ ਜੂਗਾ ਡੱਬੇ 'ਚ ਕੀ ਹੈ। ਇੱਕ ਤੇ ਪੜ੍ਹ ਕੇ ਪਤਾ ਲੱਗਦਾ ਹੈ। ਇੱਕ ਗੁਣਵਾਨ ਬੰਦਾ ਹੋਵੇ ਤੇ ਫਿਰ ਉਹ ਲੋਕਾਂ ਨੂੰ ਪ੍ਰਵਾਨ ਹੁੰਦਾ ਹੈ। ਗੁਣਵਾਨ ਵਿਅਕਤੀ ਸ਼ਹਿਰ ਵਿੱਚ ਮਹੱਲੇ ਵਿੱਚ ਮਿੱਠਾ ਬੋਲਣ ਵਾਲਾ ਹੋਵੇ, ਅਨੇਕ ਵਿਅਕਤੀ ਹੋਵੇ, ਚੰਗਾ ਵਿਅਕਤੀ ਹੋਵੇ, ਉਹ ਸਭ ਨੂੰ ਪਸੰਦ ਹੁੰਦਾ ਹੈ। ਇਹ ਬੰਦਾ ਝੂਠ ਨਹੀਂ ਬੋਲਦਾ, ਇਹ ਬੰਦਾ ਪੱਖਪਾਤ ਨਹੀਂ ਕਰਦਾ। ਤੇ ਤੀਸਰਾ ਹੈ ਕਵਣ ਸੁਮਨਿਆ ਮੰਤਾ। ਉਹ ਤੇ ਤੀਸਰਾ ਤਰੀਕਾ ਹੁੰਦਾ ਹੈ ਕਿਸੇ ਨੂੰ ਮੰਤਰ ਦੁਆਰਾ ਵਸ ਵਿੱਚ ਕਰਨਾ। ਇਹ ਬੰਗਾਲੀ ਲੋਕ ਬੜੇ ਮੰਤਰ ਤੰਤਰ ਜਾਣਦੇ ਨੇ ਤੇ ਬੜੇ ਲੋਕਾਂ ਨੂੰ ਵਸ ਵਿੱਚ ਕਰ ਲੈਂਦੇ ਨੇ। ਤੇ ਰੱਬ ਨੂੰ ਵੀ ਵਸ ਕੀਤਾ ਜਾ ਸਕਦਾ ਜੇ ਮੰਤਰ ਪੜ੍ਹਨਾ ਆਉਂਦਾ ਹੋਵੇ ਤਾਂ। ਜੋਗੀ ਲੋਕ ਸੱਪਾਂ ਨੂੰ ਵਸ ਵਿੱਚ ਕਰ ਲੈਂਦੇ ਨੇ ਮੰਤਰ ਪੜ੍ਹ ਕੇ, ਉਹਨਾਂ ਦੀ ਜ਼ਹਿਰ ਲਾ ਦਿੰਦੇ ਨੇ, ਉਹਨੂੰ ਗਾਰੜੂ ਮੰਤਰ ਬੋਲਿਆ ਜਾਂਦਾ। ਲੋਕੀ ਲੋਕਾਂ ਦੇ ਦੁੱਖ ਦੂਰ ਕਰ ਦਿੰਦੇ ਨੇ ਮੰਤਰ ਪੜ੍ਹ ਕੇ, ਦਾੜ ਪੀੜ ਹਟਾ ਦਿੰਦੇ ਨੇ, ਸਿਰ ਪੀੜ ਹਟਾ ਦਿੰਦੇ ਨੇ, ਮੰਤਰ ਪੜ੍ਹਦੇ ਨੇ। ਤੇ ਸਾਹਿਬ ਕਹਿੰਦੇ ਆ ਅਗਰ ਕਿਸੇ ਨੂੰ ਮੰਤਰ ਪੜ੍ਹਨਾ ਆ ਗਿਆ ਉਹ ਰੱਬ ਨੂੰ ਵਸ ਵਿੱਚ ਕਰ ਲਏਗਾ। ਕਵਣ ਸੋ ਅੱਖਰ ਕਵਣ ਗੁਣ ਕਵਣ ਸੁਮਨਿਆ ਮੰਤਾ। ਮਨਿਆ ਮੰਤਾ, ਜ਼ੁਬਾਨ ਤੋਂ ਕਿਹੜਾ ਮਿੱਠਾ ਬੋਲ ਬੋਲਿਆ ਜਾਵੇ, ਕਿਹੜਾ ਮੰਤਰ ਪੜ੍ਹਿਆ ਜਾਵੇ ਕਿ ਉਹ ਰੱਬ ਵਸ ਵਿੱਚ ਆ ਜਾਵੇ। ਇਹ ਹੁਣ 3 ਸਵਾਲ ਨੇ ਬਾਬਾ ਫਰੀਦ ਜੀ ਦੇ। ਤੇ ਸਵਾਲ ਬਾਬਾ ਫਰੀਦ ਜੀ ਦੇ ਨੇ ਤੇ ਜਵਾਬ ਵੀ ਬਾਬਾ ਫਰੀਦ ਜੀ ਨੇ ਦੇਣੇ ਨੇ। ਕਹਿਨਸ ਕਵਣ ਸੋ ਅੱਖਰ, ਤੇ ਬਾਬਾ ਫਰੀਦ ਜੀ ਕਹਿੰਦੇ ਜੇ ਪੜ੍ਹਨਾ ਹੀ ਤੇ ਫੇਰ ਪੜ੍ਹ ਲਾ। ਕਿਹੜਾ ਅੱਖਰ ਪੜ੍ਹੀਏ? ਨਿਮਣ ਸੋ ਅੱਖਰ, ਨਿਮਰਤਾ। ਇਹ ਮਾਨੋ ਤੇਰੀ ਪੜ੍ਹਾਈ ਅਗਰ ਤੂੰ ਰੱਬ ਨੂੰ ਜਾਣਨਾ ਚਾਹੁੰਦਾ ਹੈ ਤੇ ਨਿਮਰਤਾ ਧਾਰਨ ਕਰ ਲੈ। ਨਿਮਣ ਸੋ ਅੱਖਰ, ਨਿਮ ਜਾ। ਹਰ ਗੱਲ ਪਿੱਛੇ ਆਪਣਾ ਹੰਕਾਰ ਹੀ ਨਾ ਪ੍ਰਗਟ ਕਰ। ਹਰ ਥਾਂ ਤੇ ਤੇਰੇ ਕੋ ਹੰਕਾਰ ਦੀ ਬਦਬੂ ਹੀ ਨਾ ਆਵੇ। ਨਿਮਣ ਸੋ ਅੱਖਰ, ਨਿਮ ਜਾਣਾ, ਨਿਮਰਤਾ ਧਾਰਨ ਕਰਨੀ। ਇਹ ਵਿਦਿਆ ਪੜ੍ਹਨੀ ਹੈ। ਪੁਰਾਣੇ ਬਜ਼ੁਰਗਾਂ ਕੋ ਅੱਖਰ ਨਹੀਂ ਸੀ ਹੁੰਦੇ। ਜਿਹੜੇ ਅੱਜ ਦੀ ਪੀੜ੍ਹੀ ਕੋਲ ਅੱਖਰ ਨੇ, ਪੁਰਾਣੇ ਬਜ਼ੁਰਗਾਂ ਕੋਈ ਵਿਦਿਆ ਨਹੀਂ ਸੀ ਹੁੰਦੀ। ਪੁਰਾਣੇ ਬਜ਼ੁਰਗ ਸਿਆਣੇ ਹੁੰਦੇ ਸਨ, ਨਿਮ ਜਾਂਦੇ ਸਨ। ਉਹ ਅੱਜ ਛੋਟੀ ਛੋਟੀ ਗੱਲ ਨੂੰ ਬੜੇ ਵੱਡੇ ਰੂਪ 'ਚ ਲਿਆ ਜਾਂਦਾ ਹੈ ਤੇ ਕਤਲੋ ਗਾਰਤ ਹੋ ਰਹੀ ਹੈ। 4 ਕਤਲ ਹੋ ਗਏ ਨੇ ਥੋੜੇ ਦਿਨ ਹੋਏ। ਛੋਟੀ ਜੀ ਗੱਲ ਪਿੱਛੇ ਸਾਰੇ ਦੇ ਸਾਰਾ ਟੱਬਰ ਮਾਰ ਦੇਣਾ। ਇਹ ਕਹਿੰਦੇ ਨੇ ਹੰਕਾਰ। ਅੱਜ ਜਰਨ ਸ਼ਕਤੀ ਸਾਡੇ ਕੋਲ ਨਹੀਂ ਰਹੀ। ਤੇ ਬਾਬਾ ਫਰੀਦ ਕਹਿੰਦੇ ਨਿਮਣ ਸੋ ਅੱਖਰ। ਸਵਾਲ ਸੀ ਕਵਣ ਸੋ ਅੱਖਰ, ਤੇ ਬਾਬਾ ਫਰੀਦ ਕਹਿੰਦੇ ਨਿਮਣ ਸੋ ਅੱਖਰ ਨਿਮ ਜਾ।
ਪਰ ਬੰਦਾ ਨਿਮਦਾ ਨਹੀਂ ਹੈ। ਘਰਾਂ ਦੇ ਵਿੱਚ ਕਲੇਸ਼, ਨੌਂ ਤੇ ਸੱਸ ਦਾ ਕਲੇਸ਼, ਆਂਢ ਗੁਆਂਢ ਦਾ ਕਲੇਸ਼, ਬੰਦਾ ਨਿਮਦਾ ਨਹੀਂ ਹੈ। ਹਰ ਬੰਦਾ ਦੂਸਰੇ ਨੂੰ ਨਿਵਾਉਣ 'ਚ ਲੱਗਾ ਹੋਇਆ ਵਾ। ਮੈਂ ਘਰ ਵੱਡਾ ਬਣਾ ਕੇ ਗੁਆਂਢੀਆਂ ਨੂੰ ਨੀਵਾਂ ਕਰ ਦੂੰਗਾ, ਮੈਂ ਵੱਡੀ ਮੋਟਰ ਕਾਰ ਖਰੀਦ ਕੇ ਗੁਆਂਢੀਆਂ ਨੂੰ ਨੀਵਾਂ ਕਰ ਦੂੰਗਾ, ਮੈਂ ਵੱਡਾ ਉਹਦਾ ਪ੍ਰਾਪਤ ਕਰਕੇ ਗੁਆਂਢੀਆਂ ਨੂੰ ਨੀਵਾਂ ਕਰ ਦੂੰਗਾ। ਬੰਦਾ ਤੇ ਇਸ ਚੱਕਰ 'ਚ ਲੱਗਾ ਹੋਇਆ ਵਾ। ਪਰ ਬਾਬਾ ਫਰੀਦ ਜੀ ਕਹਿੰਦੇ ਜੇ ਤੂੰ ਨਿਮਣਾ ਸਿੱਖ ਗਿਆ, ਜੇ ਉਸ ਨੂੰ ਤੂੰ ਪ੍ਰਾਪਤ ਕਰਨਾ ਚਾਹੁੰਦਾ, ਤੇ ਫਿਰ ਇਹ ਜਿਹੜੀ ਤੂੰ ਹੁਣ ਚੱਕਰ 'ਚ ਘੁੰਮ ਰਿਹਾ ਇਹ ਛੱਡ ਦੇ ਕੰਮ ਤੇ ਨਿਮ ਜਾ। ਆਂਦੇ ਨੇ ਹੰਕਾਰਿਆ ਸੋ ਮਾਰਿਆ, ਨਿਮਿਆ ਸੋ ਤਰਿਆ। ਜਿਹੜਾ ਨਿਮ ਗਿਆ ਉਹ ਤਰ ਗਿਆ। ਨਿਮਣ ਸੋ ਅੱਖਰ, ਸਵਾਲ ਸੀ ਕਵਣ ਸੋ ਅੱਖਰ। ਕਿਹੜੀ ਵਿਦਿਆ ਪੜ੍ਹਾਂ ਮੈਂ, ਕਿਹੜੇ ਅੱਖਰ ਪੜ੍ਹਾਂ ਮੈਂ? ਬੜੇ ਬੜੇ ਅੱਖਰ ਪੜ੍ਹ ਲੈਂਦਾ ਮੈਂ ਤਾਂ। ਅੱਖਰੀ ਨਾਮ, ਅੱਖਰੀ ਸਲਾਹ, ਅੱਖਰੀ ਗਿਆਨ ਗੀਤ ਗੁਣ ਗਾ, ਅੱਖਰੀ ਲਿਖਣ ਬੋਲਣ ਵਾਣ, ਅੱਖਰਾਂ ਸਿਰ ਸੰਜੋਗ ਵਿਖਾਣ। ਬੜੇ ਬੜੇ ਅੱਖਰ ਪੜ੍ਹ ਲੈਂਦਾ ਤੂੰ ਤਾਂ। ਪੰਡਤ ਖਵਾਉਣਾ, ਜੋਤਸ਼ੀ ਖਵਾਉਣਾ ਹੈ। ਇੱਕ ਪਾਂਡੇ ਪੰਡਤ ਮਿਸਰ ਕਹਾਵੇ। ਬਾਬਾ ਫਰੀਦ ਕਹਿੰਦੇ ਨਿਮਨ ਸੋ ਅੱਖਰ। ਆਇਓ ਵਿਦਿਆ, ਜੇ ਪੜ੍ਹ ਸਕਦਾ ਤੇ ਪੜ੍ਹ ਲਾ ਜੇ ਉਸ ਨੂੰ ਤੂੰ, ਕਿਉਂਕਿ ਵਿਦਿਆ ਤੋਂ ਬਿਨਾਂ ਉਹ ਨਹੀਂ ਮਿਲਦਾ। ਤੇ ਇਹ ਵਿਦਿਆ ਕਿਸੇ ਕੋਲ ਵੀ ਹੈ ਨਹੀਂ। ਬੜੇ ਬੜੇ ਗ੍ਰੰਥ ਪੜ੍ਹ ਕੇ ਲੋਕੀ ਹੰਕਾਰੀ ਹੋ ਜਾਂਦੇ ਨੇ, ਤੇ ਨਿਮਣ ਵਾਲੀ ਵਿਦਿਆ ਤੇ ਕਿਸੇ ਦੇ ਕੋਲ ਨਹੀਂ ਹੈ। ਹਾਂਜੀ, ਨਿਮਣ ਵਾਲੀ ਵਿਦਿਆ ਮਹਾਂਪੁਰਖਾਂ, ਬ੍ਰਹਮ ਗਿਆਨੀਆਂ, ਸੰਤਾਂ ਦੇ ਕੋਲ ਹੁੰਦੀ ਆ, ਦੁਨੀਆਦਾਰ ਕੋਲ ਨਹੀਂ ਹੁੰਦੀ ਇਹ ਵਿਦਿਆ। ਨਹੀਂ ਨਹੀਂ ਨਹੀਂ, ਇਹ ਬਾਬਾ ਅਤਰ ਸਿੰਘ ਵਰਗੇ ਮਹਾਂਪੁਰਖਾਂ ਕੋਲ, ਇਹ ਸੇਵਾ ਪੰਥੀਆਂ ਦੇ ਕੋਲ। ਕੋਈ ਬੁਰਾ ਭਲਾ ਵੀ ਕਹਿ ਗਏ ਤਾਂ ਵੀ ਆਖਿਆ ਤੇਰਾ ਭਲਾ ਹੋਵੇ ਭਾਈ, ਜਾ ਮੌਜਾਂ ਕਰ। ਇੱਥੇ ਛੋਟੀ ਜਿਹੀ ਗੱਲ ਪਿੱਛੇ ਬੜੇ ਬੜੇ ਡੰਡੇ ਕੱਢ ਲਿਆਉਂਦੇ ਨੇ ਲੋਕੀ ਤਾਂ। ਅੱਜ ਸਿੱਖ ਕੌਮ ਦੇ ਵਿਦਵਾਨ ਵੀ ਕੌਮ ਨੂੰ ਲੜਾਉਣ ਦੇ ਰਾਹ ਤੇ ਤੁਰੇ ਪਏ ਨੇ। ਅੱਜ ਹੀ ਮੈਂ ਕਮੈਂਟ ਕਰਕੇ ਹਟਿਆ ਉਹ ਸੁਖਪ੍ਰੀਤ ਉਦੋਕੇ ਨੂੰ। ਮੈਂ ਕਿਹਾ ਕਦੀ ਸ਼ਬਦ ਦੀ ਵਿਚਾਰ ਵੀ ਕਰਿਆ ਕਰਕੇ, ਤੂੰ ਕੌਮ ਨੂੰ ਲੜਾਉਣ ਦੇ ਰਾਹ ਤੇ ਤੁਰਿਆ ਹੋਇਆ, ਏਡਾ ਵੱਡਾ ਵਿਦਵਾਨ ਹੋ ਕੇ ਤੂੰ ਤਾਂ। ਸਭ ਸੇ ਉੱਪਰ ਗੁਰ ਸ਼ਬਦ ਵਿਚਾਰ। ਇਹ ਗੁਰੂਆਂ ਦੀ ਰੀਸ ਕਰਦੇ ਨੇ। ਗੁਰੂਆਂ ਨੇ ਜੰਗਾਂ ਲੜੀਆਂ ਨੇ ਤੇ ਗੁਰੂਆਂ ਨੇ ਬਖਸ਼ਾਂ ਵੀ ਕੀਤੀਆਂ ਨੇ। ਜਿਹੜੇ ਲੜਨ ਆਏ ਨੇ ਉਹਨਾਂ ਤੇ ਬਖਸ਼ਾਂ ਕੀਤੀਆਂ ਨੇ। ਤੁਸੀਂ ਕਰਕੇ ਦਿਖਾਓ ਹਾਂ ਬਖਸ਼ਾਂ। ਸੈਦ ਖਾਂ ਵਰਗੇ ਚੜ੍ਹਾਈ ਕਰਕੇ ਆਉਂਦੇ ਨੇ, 10ਵੇਂ ਪਾਤਸ਼ਾਹ ਉਸ ਨੂੰ ਤਾਰ ਦਿੰਦੇ ਨੇ। ਤੁਸੀਂ ਤਾਰ ਕੇ ਦਿਖਾਓ ਹਾਂ ਕਿਸੇ ਨੂੰ, ਵਜ੍ਹਾ ਤੇ ਤਾਂ। ਇਹ ਕਹਿੰਦੇ ਗੁਰੂਆਂ ਨੇ ਜੰਗਾਂ ਲੜੀਆਂ ਨੇ। ਗੁਰੂਆਂ ਨੇ, ਗੁਰੂ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ। ਉਹ ਅਸੀਂ ਵੈਰ ਕ੍ਰੋਧ ਵਸ ਹੋ ਕੇ ਜੰਗਾਂ ਲੜਦੇ ਨੇ, ਉਹ ਨਿਰਵੈਰ ਵਿਅਕਤੀ ਸਨ। ਉਹਨਾਂ ਨੇ ਨਿਰਵੈਰ ਹੋ ਕੇ ਲੜੀਆਂ ਨੇ। ਤੁਸੀਂ ਨਿਰਵੈਰ ਹੋ ਕੇ ਲੜ ਕੇ ਦਿਖਾਓ। ਨਹੀਂ ਨਹੀਂ, ਗੁਰੂਆਂ ਦੀ ਰੀਸਾਂ ਨਾ ਕਰੋ। ਉਹਨਾਂ ਨੇ ਇਹ ਜੰਗਾਂ ਲੜੀਆਂ ਸੀ, ਉਹਨਾਂ ਬਾਜ ਰੱਖੇ ਸਨ। ਨਹੀਂ ਨਹੀਂ, ਫਿਰ ਬਾਬਾ ਫਰੀਦ ਕਹਿੰਦੇ ਨਿਮਣ ਸੋ ਅੱਖਰ, ਨਿਮ ਜਾ। ਇਹ ਤੇਰੀ ਪੜ੍ਹਾਈ ਹੋਵੇ। ਰੱਬ ਨੂੰ ਪ੍ਰਾਪਤ ਕਰਨ ਵਾਸਤੇ ਤੂੰ ਪੜ੍ਹਾਈ ਪੜ੍ਹਨਾ ਚਾਹੁੰਦਾ ਹੈ ਤੇ ਨਿਮ ਜਾ। ਇਹ ਸਭ ਤੋਂ ਦੁਨੀਆ ਦੀ ਸਭ ਤੋਂ ਵੱਡੀ ਪੜ੍ਹਾਈ ਆ, ਨਿਮ ਜਾਣਾ। ਇਹ ਕੇਵਲ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਹੀ ਨਿਮਦੇ ਨੇ, ਹੰਕਾਰੀ ਨਹੀਂ ਨਿਮਦੇ। ਖਵਣ ਗੁਣ, ਕਵਣ ਗੁਣ। ਇਹ ਸਵਾਲ ਸੀ ਨਾ ਬਾਬਾ ਫਰੀਦ ਦਾ। ਕਵਣ ਸੋ ਅੱਖਰ, ਨਿਮਣ ਸੋ ਅੱਖਰ, ਕਵਣ ਗੁਣ। ਕਿਹੜਾ ਗੁਣ? ਕੋਈ ਦਾਨ ਕਰਦਾ ਹੈ, ਕੋਈ ਪੁੰਨ ਕਰਦਾ ਹੈ, ਕੋਈ ਤੀਰਥਾਂ 'ਤੇ ਜਾਂਦਾ, ਕੋਈ ਲੰਗਰ ਲਾਉਂਦਾ ਹੈ, ਕੋਈ ਬੜਾ ਕੁਛ ਕਰਦਾ ਹੈ। ਬੜੇ ਗੁਣ ਨੇ। ਸਭ ਗੁਣ ਤੇਰੇ ਮੈਂ ਨਾ ਹੀ ਕੋਏ। ਹਾਂਜੀ,
ਪਰ ਵਿਣ ਗੁਣ ਕੀਤੇ ਭਗਤ ਨਾ ਹੋਏ। ਬੜੇ ਗੁਣ ਨੇ, ਪਰ ਬਾਬਾ ਫਰੀਦ ਜੀ ਕਹਿੰਦੇ ਨੇ ਜੇ ਉਸ ਨੂੰ ਪ੍ਰਾਪਤ ਕਰਨਾ ਹੈ ਨਾ ਤੇ ਇੱਕੋ ਹੀ ਗੁਣ ਧਾਰਨ ਕਰ ਲਏ। ਬਾਕੀ ਗੁਣ ਸਾਡੇ ਕੋਲ ਹੈਗੇ ਨੇ, ਦਾਨ ਪੁੰਨ, ਤੀਰਥਾਂ ਤੇ ਜਾਣਾ, ਭਲਾ ਕਰਨਾ, ਚੰਗੇ ਗੁਣ ਨੇ, ਮਾੜੀ ਗੱਲ ਨਹੀਂ ਹੈ। ਇਹ ਵੀ ਗੁਣ ਜਿੱਦ ਕੋ ਹੁਣ ਉਹ ਵੀ ਭਲਾ ਮਨੁੱਖ ਹੁੰਦਾ ਹੈ, ਮਾੜਾ ਨਹੀਂ ਹੁੰਦਾ। ਤੀਰਥਾਂ ਤੇ ਜਾਂਦਾ ਹੈ, ਦਾਨ ਪੁੰਨ ਕਰਦਾ ਹੈ, ਉਹ ਭਲਾ ਮਨੁੱਖ ਹੈ। ਤੀਰਥ ਸਿਮਰਤ ਪੁੰਨ ਦਾਨ ਕਿਛ ਲਾਹਾ ਮਿਲੇ ਦਿਹਾੜੀ, ਉਹ ਕੁਛ ਨਾ ਕੁਛ ਜ਼ਿੰਦਗੀ 'ਚ ਖੱਟ ਜਾਂਦਾ ਹੈ, ਚੰਗੀ ਗੱਲ ਹੈ, ਮਾੜੀ ਗੱਲ ਨਹੀਂ। ਪਰ ਬਾਬਾ ਫਰੀਦ ਜੀ ਕਹਿੰਦੇ ਨੇ ਸਾਰਿਆਂ ਗੁਣਾਂ ਵਿੱਚੋਂ, ਸਾਰੀਆਂ ਚੰਗਿਆਈਆਂ ਵਿੱਚੋਂ ਤੱਤ ਕੀ ਹੈ? ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਮਿੱਠਤ ਨੀਵੀਂ, ਮਿੱਠਾ ਹੋ ਜਾਣਾ ਤੇ ਨਿਮ ਜਾਣਾ, ਇਹ ਗੁਣ ਤੇ ਚੰਗਿਆਈਆਂ ਦਾ ਤੱਤ ਹੈ। ਇਸ ਤੋਂ ਉੱਪਰ ਕੁਛ ਨਹੀਂ ਹੈ। ਕੋਈ ਮਿੱਠਾ ਹੋ ਗਿਆ, ਅੰਦਰੋਂ ਕ੍ਰੋਧ ਨਿਕਲ ਗਿਆ, ਕ੍ਰੋਧੀ ਸੁਭਾਅ ਹਟ ਗਿਆ ਹੈ, ਮਿੱਠਾ ਹੋ ਗਿਆ। ਮਿੱਠਤ ਨੀਵੀਂ, ਨਿਮ ਗਿਆ, ਨਾਨਕਾ ਗੁਣ ਚੰਗਿਆਈਆਂ ਤੱਤ। ਇਹ ਤੱਤ ਹੈ, ਮਿੱਠਾ ਹੋ ਜਾਣਾ ਤੇ ਨਿਮ ਜਾਣਾ। ਤੇ ਬਾਬਾ ਫਰੀਦ ਜੀ ਕਹਿੰਦੇ ਨੇ ਨਿਮਣ ਸੁਅੱਖਰ ਖਵਣ ਗੁਣ, ਕਵਣ ਸੁਅੱਖਰ ਕਵਣ ਗੁਣ। ਤੇ ਬਾਬਾ ਫਰੀਦ ਜੀ ਕਹਿੰਦੇ ਨੇ ਨਿਮਣ ਸੁਅੱਖਰ ਖਵਣ ਗੁਣ। ਖਵਣ ਕਿਸੇ ਦੀ ਗੱਲ ਨੂੰ ਸਹਾਰ ਜਾਣਾ, ਕਿਸੇ ਦੇ ਕਹੇ ਕੋ ਬਚਨਾਂ ਨੂੰ ਸਹਾਰ ਜਾਣਾ, ਭੈੜੇ ਬਚਨਾਂ ਨੂੰ ਸਹਾਰ ਜਾਣਾ। ਸਗਲੇ ਦੁਖ ਅੰਮ੍ਰਿਤ ਕਰ ਪੀਵੈ, ਇਹ ਜ਼ਹਿਰ ਵਾ ਤੇ ਜ਼ਹਿਰ ਨੂੰ ਵੀ ਪੀ ਜਾਣਾ। ਜ਼ਹਿਰ ਨੂੰ ਕੇਵਲ ਜਿਹੜੇ ਕੌੜੇ ਬਚਨ ਹੁੰਦੇ ਆ ਨਾ, ਮਾੜੇ ਬਚਨ ਹੁੰਦੇ ਆ, ਜੋ ਸਖਤ ਲੋਕ ਬੋਲਦੇ ਨੇ। ਕਲਗੀਧਰ ਦਾ ਵਾਕ ਸੀ ਕਿ ਗੁਰੂ ਕਾ ਸਿੱਖ ਮੰਦਵਾਕੀ ਨਾ ਹੋਵੇ, ਕੌੜਾ ਨਾ ਬੋਲਦਾ ਹੋਵੇ। ਤੇ ਜਿਹੜੇ ਬੋਲਦੇ ਨੇ ਕੌੜੇ, ਉਹ ਜ਼ਹਿਰ ਹੁੰਦੀ ਹੈ। ਤਾਈਓ ਤੇ ਕੌੜੇ ਬੋਲ ਅਗਲੇ ਨੂੰ ਲੜਦੇ ਨੇ ਤੇ ਫਿਰ ਅਗਲਾ ਫਿਰ ਤੜਫਦਾ ਹੈ। ਕੌੜੇ ਬਚਨ ਜ਼ਹਿਰ ਵਾ, ਤੇ ਜਦੋਂ ਕਿਸੇ ਨੂੰ ਜ਼ਹਿਰ ਚੜ੍ਹਦੀ ਫਿਰ ਤੜਫਦਾ ਹੈ, ਅਗਲਾ ਤੜਫਦਾ ਹੈ। ਤੇ ਜ਼ਹਿਰ ਨੂੰ ਕੇਵਲ ਸੰਤ ਮਹਾਂਪੁਰਖ ਧੰਨ ਗੁਰੂ ਤੇਗ ਬਹਾਦਰ ਵਰਗੇ ਸਹਾਰ ਸਕਦੇ ਨੇ, ਜ਼ਹਿਰ ਪੀ ਸਕਦੇ ਨੇ। ਇਹ ਕੌੜੇ ਬਚਨ ਜ਼ਹਿਰ ਹੁੰਦੇ ਨੇ, ਇਹਨਾਂ ਨੂੰ ਕੋਈ ਵਿਰਲਾ ਹੀ ਪੀ ਸਕਦਾ ਹੈ। ਤੇ ਬਾਬਾ ਫਰੀਦ ਕਹਿੰਦੇ ਨੇ ਖਵਣ ਗੁਣ ਕਵਣ ਸੁਅੱਖਰ, ਨਿਮਣ ਅੱਖਰ ਕਵਣ ਗੁਣ। ਕਿਹੜਾ ਗੁਣ? ਜਿਹੜਾ ਰੱਬ ਨੂੰ ਭਾਉਂਦਾ ਹੈ। ਬਾਬਾ ਫਰੀਦ ਕਹਿੰਦੇ ਖਵਣ ਗੁਣ ਸਹਾਰ ਜਾ। ਲੋਕਾਂ ਦੇ ਬਚਨਾਂ, ਕੌੜੇ ਬਚਨਾਂ ਨੂੰ ਜਦੋਂ ਕੋਈ ਸਾਡੀ ਤਾਰੀਫ ਕਰਦਾ, ਅਸੀਂ ਫੁੱਲਦੇ ਹਾਂ ਗੁਬਾਰੇ ਵਾਂਗੂ। ਤੇ ਜਿਹੜੇ ਤਾਰੀਫ ਨਾਲ ਫੁੱਲ ਗਿਆ ਤੇ ਕੌੜੇ ਬਚਨਾਂ ਨਾਲ ਫਿਰ ਉਹ ਡੁੱਲ ਵੀ ਜਾਏਗਾ। ਜਿਹੜਾ ਫੁੱਲ ਗਿਆ ਉਹ ਡੁੱਲ ਗਿਆ। ਜਿਹੜਾ ਤਾਰੀਫ ਨਾਲ ਫੁੱਲਿਆ ਨਹੀਂ ਹੈ, ਉਹਦੇ ਡੁੱਲਣ ਦੇ ਵਿੱਚ ਆਨਸ ਘੱਟ ਨੇ। ਗੁਰੂ ਨਾਨਕ ਸਾਹਿਬ ਦੀ ਬੜੀ ਤਾਰੀਫ ਲੋਕਾਂ ਨੇ ਕੀਤੀ, ਕੱਲੀ ਤਾਰੀਫ ਨਹੀਂ ਕੀਤੀ। ਕੋਈ ਆਖੇ ਭੂਤਨਾ, ਕੋਈ ਕਹੇ ਬਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਭੂਤ, ਲੋਕਾਂ ਨੇ ਭੂਤ ਆਖਿਆ ਬਾਬਾ ਜੀ, ਬੇਤਾਲਾ ਆਖਿਆ। ਕੋਈ ਆਖੇ ਆਦਮੀ, ਬੜਾ ਕੁਛ ਲੋਕਾਂ ਨੇ ਮੈਨੂੰ ਆਖਿਆ ਹੈ। ਬੜੇ ਲੋਕਾਂ ਨੇ ਫੁੱਲਾਂ ਦੇ ਹਾਰ ਵੀ ਪਾਏ ਨੇ, ਬੜਾ ਕੁਛ ਹੋਇਆ ਜ਼ਿੰਦਗੀ ਵਿੱਚ। ਪਰ ਜ਼ਿੰਦਗੀ ਨੂੰ ਸਮਤਲ ਰੱਖਣਾ, ਇਹ ਕੇਵਲ ਮਹਾਂਪੁਰਖਾਂ, ਸੰਤਾਂ, ਗੁਰੂਆਂ, ਪੀਰਾਂ ਦੇ ਹਿੱਸੇ ਗੱਲ ਆਈ ਹੈ। ਤੇ ਬਾਬਾ ਫਰੀਦ ਜੀ ਕਹਿੰਦੇ ਨੇ ਖਵਣ ਗੁਣ ਨਿਮ ਜਾ। ਕੋਈ ਕੌੜਾ ਬੋਲ ਬੋਲਦਾ ਸਹਾਰ ਜਾ, ਪਰ ਇਹ ਸਹਾਰਿਆ ਨਹੀਂ ਜਾਂਦਾ। ਮੈਂ ਵੀ ਕਹਿ ਰਿਹਾ, ਸਹਾਰਿਆ ਥੋੜ੍ਹਾ ਜਾਂਦਾ ਨਾ। ਮੇਰੇ ਕੋਲ ਸਹਾਰਿਆ ਜਾਂਦਾ ਕਿਸੇ ਦਾ ਕੌੜਾ ਬੋਲ, ਨਾ ਤੁਹਾਡੇ ਕੋਲ ਸਹਾਰਿਆ ਜਾਂਦਾ।
ਕਿਸੇ ਕੋ ਵੀ ਨਹੀਂ ਸਹਾਰਿਆ ਜਾਂਦਾ। ਤੇ ਜਿੰਨਾ ਚਿਰ ਇਹ ਅਸੀਂ ਕਿਸੇ ਦੇ ਬਚਨਾਂ ਨੂੰ ਸਹਾਰਦੇ ਨਹੀਂ ਆ ਤੇ ਬਾਕੀ ਸਾਡੇ ਗੁਣ ਕਿਸੇ ਕੰਮ ਨਹੀਂ ਹੈ। ਬਾਕੀ ਵੀ ਗੁਣ ਨੇ, ਪਾਠ ਪੂਜਾ ਦਾਨ ਪੁੰਨ ਸੇਵਾ ਭਲਾ ਕਰਨਾ, ਇਹ ਗੁਣ ਨੇ। ਪਰ ਕਿਸੇ ਦੇ ਕੌੜੇ ਬੋਲਾਂ ਨੇ ਸਾਡੇ ਅੰਦਰ ਨੂੰ ਅੱਗ ਲਾ ਦੇਣੀ ਹੈ ਤੇ ਇਹ ਉਸ ਅੱਗ ਦੇ ਵਿੱਚ ਇਹ ਬਾਕੀ ਸਭ ਕੁਝ ਭਸਮ ਹੋ ਜਾਣਾ ਹੈ, ਭਸਮੇਸ਼ਰ ਹੋ ਜਾਣਾ। ਤੇ ਬਾਬਾ ਫਰੀਦ ਜੀ ਕਹਿੰਦੇ ਨੇ ਖਮਣ ਗੁਣਾ ਤੇ ਕੌਣ ਸੋ ਮੰਨਿਆ ਮੰਤਾ, ਮੈਂ ਕਿਹੜਾ ਮੰਤਰ ਪੜਾਂ ਰੱਬ ਮੇਰੇ ਵੱਸ ਵਿੱਚ ਹੋ ਜਾਵੇ। ਕਿਉਂਕਿ ਮੰਤਰਾਂ ਦੁਆਰਾ ਬੜੀਆਂ ਬੜੀਆਂ ਚੀਜ਼ਾਂ ਨੂੰ ਕਾਬੂ ਕਰ ਲੈਂਦੇ ਨੇ ਲੋਕੀ, ਠੋਇਆਂ ਨੂੰ ਕਰ ਲੈਂਦੇ ਨੇ, ਸੱਪਾਂ ਨੂੰ ਕਰ ਲੈਂਦੇ ਨੇ, ਬੰਦਿਆਂ ਨੂੰ ਕਾਬੂ ਕਰ ਲੈਂਦੇ ਨੇ ਮੰਤਰਾਂ ਦੁਆਰਾ। ਤੇ ਰੱਬ ਨੂੰ ਵੱਸ ਵਿੱਚ ਕਰਨਾ ਹੈ। ਸਾਹਿਬ ਕਹਿੰਦੇ ਨੇ ਕਮਣ ਸੁਮਨੀਆ ਮੰਤਾ ਨਿਮਣ ਸੁ ਅੱਖਰ ਖਵਣ ਗੁਣਾ ਜੇਬਾ ਮਣੀਆ ਮੰਤਾ। ਜ਼ਬਾਨ ਤੋਂ ਮਿੱਠਾ ਬੋਲਣਾ, ਮਨੀਆ ਮੰਤਾ, ਜੇਬਾ ਮਨੀਆ ਮੰਤਾ। ਮਨੀਆ ਮੈਨੇ ਸ਼੍ਰੋਮਣੀ, ਤੇਰੀ ਜ਼ਬਾਨ ਚੋਂ ਮਿੱਠੇ ਬੋਲ ਨਿਕਲਣ, ਇਹ ਉਸ ਪਰਮੇਸ਼ਰ ਨੂੰ ਵਸ ਕਰਨ ਦਾ ਮੰਤਰ ਹੀ ਹੋ। ਕਿਉਂ? ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਜੇ ਉਹ ਮਿੱਠਾ ਬੋਲਦਾ ਤੇ ਉਸ ਨੂੰ ਵੀ ਮਿੱਠਾ ਬੋਲਣ ਵਾਲਾ ਹੀ ਭਾਉਂਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਮਿੱਠਾ ਬੋਲਣ ਨਿਮ ਚੱਲਣ ਹੱਥੋਂ ਦੇ ਕੇ ਭਲਾ ਮਨਾਵੇ। ਹਾਂਜੀ, ਮਿੱਠਾ ਬੋਲਣ ਨਿਮ ਚੱਲੇ ਹੱਥੋਂ ਦੇ ਕੇ ਭਲਾ ਮਨਾਵੇ। ਤੇ ਬਾਬਾ ਫਰੀਦ ਜੀ ਨੇ ਇਹ 3 ਗੁਣ ਦੱਸੇ ਸੀ। ਤੇ ਵਿਦਿਆ ਕਿਹੜੀ ਪੜ੍ਹਨੀ ਆ? ਕਮਣ ਸੁ ਅੱਖਰ, ਕਿਹੜੇ ਅੱਖਰ ਪੜ੍ਹਾਂ ਮੈਂ, ਕਿਹੜੀ ਵਿਦਿਆ ਪੜ੍ਹਾਂ। ਤੇ ਬਾਬਾ ਫਰੀਦ ਜੀ ਕਹਿੰਦੇ ਨੇ ਨਿਮਣ ਸੁ ਅੱਖਰ, ਨਿਮ ਜਾ, ਨਿਮਰਤਾ ਧਾਰਨ ਕਰਨੀ, ਇਸ ਤੋਂ ਉੱਪਰ ਕੋਈ ਗੁਣ ਨਹੀਂ ਹੈ। ਖਵਣ ਗੁਣ ਜੇਬਾ ਮਨੀਆ ਮੰਤਾ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤਾ। ਜੇ ਤੂੰ ਉਸ ਕੰਤ ਨੂੰ ਵਸ ਕਰਨਾ ਚਾਹੁੰਦਾ ਤੇ ਬਸ ਇਹ 3 ਹੀ ਗੁਣ ਸਿੱਖ ਲੈ। ਨਿਮਣਾ ਸਿੱਖ ਲੈ, ਇਹ ਸਿੱਖਿਆ ਹੀ ਨਹੀਂ ਜਾਂਦਾ। ਬੜੀ ਬੜੀ ਲੋਕੀ ਚੀਜ਼ਾਂ ਸਿੱਖ ਲੈਂਦੇ ਨੇ, ਜਹਾਜ਼ ਚਲਾਉਣੇ ਸਿੱਖ ਲੈਂਦੇ ਨੇ, ਟ੍ਰੇਨਾਂ ਤੇ ਪਲੇਨਾਂ ਚਲਾ ਲੈਂਦੇ ਨੇ, ਬੜਾ ਕੁਝ ਚਲਾ ਲੈਂਦੇ ਨੇ, ਪਰ ਨਿਮਣਾ ਨਹੀਂ ਕੋਈ ਸਿੱਖਦਾ। ਨਿਮਣ ਸੁ ਅੱਖਰ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ, ਇਹ ਸਿੱਖ ਲੈ। ਨਿਮਣਾ ਸਿੱਖ ਲੈ ਤੇ ਕਿਸੇ ਦੇ ਕੌੜੇ ਬੋਲਾਂ ਨੂੰ ਸਹਾਰਨਾ ਸਿੱਖ ਲੈ। ਇਹ ਤਾਂ ਹੁਣ ਸੰਗਤ ਹੀ ਸਿਖਾਊਗੀ। ਇਹ ਗੁਣ ਉਸ ਵਿਅਕਤੀ ਕੋ ਬੈਠ ਕੇ ਸਿੱਖੇ ਜਾਣਗੇ ਜਿਨ੍ਹਾਂ ਦਾ ਜੀਵਨ ਇਸ ਤਰ੍ਹਾਂ ਦਾ ਹੋ ਗਿਆ ਹੈ, ਜਿਨ੍ਹਾਂ ਦਾ ਜੀਵਨ ਬਾਬਾ ਅਤਰ ਸਿੰਘ ਵਰਗਾ, ਬਾਬੇ ਫਰੀਦ ਜੀ ਵਰਗਾ ਹੋ ਗਿਆ। ਇਹ ਉਹਨਾਂ ਵਿਅਕਤੀਆਂ ਦੇ ਕੋਲ ਰਹਿ ਕੇ ਹੀ ਇਹ ਗੁਣ ਸਿੱਖੇ ਜਾ ਸਕਦੇ ਨੇ। ਇਹ ਕਿਤਾਬਾਂ ਚੋਂ ਨਹੀਂ ਸਿੱਖੇ ਜਾ ਸਕਦੇ, ਇਹ ਗ੍ਰੰਥਾਂ ਚੋਂ ਨਹੀਂ ਸਿੱਖੇ ਜਾ ਸਕਦੇ। ਇਹ ਤੇ ਇਹੋ ਜਿਹੇ ਜੀਵਨ ਵਾਲੇ ਮਹਾਂਪੁਰਖਾਂ ਨਾਲ ਰਵਾਂਗੇ, ਫਿਰ ਉਹਨਾਂ ਦੀ ਰਹਿੰਦਿਆਂ ਰਹਿੰਦਿਆਂ ਉਹਨਾਂ ਦੀ ਫਿਰ ਕਰਨੀ ਵੀ ਸਾਡੇ ਕੋਲ ਆ ਜਾਏਗੀ। ਤੇ ਜੇ ਰਵਾਂਗੇ ਉਹਨਾਂ ਵਿਅਕਤੀਆਂ ਦੇ ਕੋਲ, ਛੋਟੀ ਛੋਟੀ ਗੱਲ ਪਿੱਛੇ ਕੌਮੀ ਝਗੜੇ ਬਣਾ ਕੇ ਲੋਕਾਂ ਨੂੰ ਡੰਡਿਆਂ ਵਾਲੇ ਰਾਹ ਤੋਰ ਦੇਣਗੇ, ਫਿਰ ਤਾਂ ਨਹੀਂ ਗੁਣ ਸਿੱਖੇ ਜਾਣੇ। ਮੈਂ ਅੱਗੇ ਵੀ ਕਹਿਣਾ ਨਾ, ਬਾਬਾ ਵੀਰ ਸਿੰਘ ਵਰਗਿਆਂ ਦੇ ਕੋਲ ਰਵਾਂਗੇ, ਬਾਬਾ ਵੀਰ ਸਿੰਘ ਤੇ ਚੜ੍ਹਾਈ ਕਰਕੇ ਆਏ, ਉਹਨਾਂ ਆਖਿਆ ਕੋਈ ਗੱਲ ਨਹੀਂ, ਲਿਆਓ ਸਰੰਦਾ ਕੀਰਤਨ ਕਰੀਏ। ਉਹਨਾਂ ਵਿਅਕਤੀਆਂ ਦੇ ਕੋਲ ਰਵਾਂਗੇ ਤਾਂ ਗੱਲ ਬਣਨੀ ਆ।
ਤੇ ਜੇ ਉਹਨਾਂ ਵਿਅਕਤੀਆਂ ਨਾਲ ਰਹੋਗੇ, ਉਹ ਤੁਸੀਂ ਸਿੱਖ ਹੋ, ਕੋਲ ਪਿਸਤੌਲ ਨਹੀਂ ਰੱਖਦੇ, ਹਾਂਜੀ ਤੁਸੀਂ ਬੰਦੇ ਨਹੀਂ ਮਾਰਦੇ, ਤੁਸੀਂ ਸਿੱਖ ਹੀ ਨਹੀਂ ਜੇ। ਲਓ, ਸਿੱਖ ਬੰਦੇ ਮਾਰਨ ਵਾਸਤੇ 10ਵੇਂ ਪਾਤਸ਼ਾਹ ਨੇ ਸਾਜਿਆ ਖਾਲਸਾ। ਇਹ ਜਾਤ ਗੋਦ ਸਿੰਘਣ ਕੀ ਦੰਗਾ, ਸਾਡੀ ਜਾਤ ਗੋਦ ਅਸੀਂ ਦੰਗੇ ਹੀ ਕਰਨੇ ਨੇ, ਦੰਗੇ ਫਸਾਦ ਹੀ ਕਰਨੇ ਨੇ। ਵੇਖੋ 10ਵੇਂ ਪਾਤਸ਼ਾਹ ਦੀ ਕਿੱਡੀ ਉੱਚੀ ਸੋਚ ਨੂੰ ਲੋਕਾਂ ਨੇ ਕਿੱਧਰ ਨੂੰ ਤੋਰਿਆ ਹੋਇਆ ਜੀ। ਇਹ ਜਾਤ ਗੋਤ ਸਿੰਘਣ ਕੀ ਦੰਗਾ, ਜਾਤ ਦੰਗਾ ਹੀ ਗੁਰਾਂ ਨੇ, ਸਿੱਖਾਂ ਨੇ ਗੁਰੂ ਤੋਂ ਮੰਗਾ। ਇੱਕੋ ਗੱਲ ਮੰਗੀ ਸਿੱਖਾਂ ਨੇ, ਦੰਗੇ ਕਰਨੇ ਨੇ। ਉਹ ਨਹੀਂ ਭਾਈ, ਦੰਗੇ ਕਰਨਾ ਧਰਮ ਨਹੀਂ ਹੈ। ਇਹ ਤਾਂ ਸ਼ਸਤਰ 10ਵੇਂ ਪਾਤਸ਼ਾਹ ਨੇ ਦਿੱਤਾ, ਕੋਈ ਚੜ੍ਹਾਈ ਕਰਕੇ ਆਵੇ ਤੇ ਉਹਨੂੰ ਸੋਧਣਾ ਹੈ। ਹਾਂਜੀ, ਤੋ ਇਹ ਜਿੰਨਾ ਚਿਰ ਤੁਸੀਂ ਗੁਣ ਨਹੀਂ ਸਿੱਖਦੇ, ਬਾਬਾ ਫਰੀਦ ਜੀ ਕਹਿੰਦੇ ਨਿਮਣ ਸੁਵੱਖਰ, ਨਿਮਰਤਾ ਨਹੀਂ ਧਾਰਨ ਕਰਦੇ, ਇਹ ਵਿਦਿਆ ਨਹੀਂ ਪੜ੍ਹਦੇ ਤੁਸੀਂ, ਇਹ ਵਿਦਿਆ ਕਿਤੋਂ ਬਾਹਰੋਂ ਨਹੀਂ ਪੜ੍ਹੀ ਜਾਂਦੀ। ਇਹ ਨਿਮਣ ਸੁਵੱਖਰ, ਨਿਮਰਤਾ ਵਾਲੇ ਅੱਖਰ ਕਿੱਥੋਂ ਪੜ੍ਹੇ ਜਾਣਗੇ? ਜਿਨ੍ਹਾਂ ਨੇ ਆਪ ਨਿਮਰਤਾ ਧਾਰਨ ਕੀਤੀ ਆ, ਉਹਨਾਂ ਦਾ ਸੰਗ ਕਰਾਂਗੇ ਤੇ ਫਿਰ ਇਹ ਵਿਦਿਆ ਪੜ੍ਹੀ ਜਾਣੀ ਹੈ। ਇਹ ਬਾਹਰੀ 35 ਅੱਖਰਾਂ 'ਚ ਵਿਦਿਆ ਨਹੀਂ ਆ ਨਿਮਣ ਵਾਲੀ। ਇਹ ਕਿਸੇ ਦੇ ਜੀਵਨ ਵਾਲੇ ਦੇ ਨਾਲ ਰਹਿ ਕੇ ਵਿਦਿਆ ਪੜ੍ਹੀ ਜਾਣੀ। ਕਵਣ ਸੁਵੱਖਰ, ਇਹ ਕਿਹੜੇ ਅੱਖਰ ਨੇ? ਨਿਮਣ ਸੁਵੱਖਰ। ਤੇ ਨਿਮਣ ਇੱਕ ਜ਼ਿੰਦਗੀ ਦਾ ਗੁਣ ਵਾ, ਇਹ 35 ਅੱਖਰਾਂ 'ਚ ਨਹੀਂ ਆਉਂਦਾ। ਨਹੀਂ ਆਂਦੇ ਜੈਸੀ ਬਹਿਣੀ ਤੈਸੀ ਰਹਿਣੀ। ਜੇ ਉਹਨਾਂ ਵਿਅਕਤੀਆਂ ਦੀ ਸੰਗ ਕਰਾਂਗੇ ਜਿਹੜੇ ਬੰਦੂਕਾਂ ਦੀਆਂ ਗੱਲਾਂ ਕਰਨਗੇ, ਅਸੀਂ ਬੰਦੂਕਾਂ ਚੁੱਕ ਲਵਾਂਗੇ। ਗੱਲ ਤੇ ਉੱਥੇ ਹੀ ਹੈ ਨਾ। ਜੇ ਅਸੀਂ ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰਾਂਗੇ, ਨਾ ਭਾਈ ਧਰਮ ਵਿੱਚ ਝਗੜਾ ਨਹੀਂ ਹੈ, ਧਰਮ ਝਗੜਾਉਂਦਾ ਨਹੀਂ ਹੈ, ਤੇ ਫਿਰ ਅਸੀਂ ਇਹ ਵਿਦਿਆ ਉਹਨਾਂ ਵਿਅਕਤੀਆਂ ਕੋਈ ਸਿੱਖ ਸਕਦੇ ਹਾਂ, ਗ੍ਰੰਥਾਂ 'ਚੋਂ, ਕਿਤਾਬਾਂ 'ਚੋਂ, ਅੱਖਰਾਂ 'ਚੋਂ ਨਹੀਂ ਹੈ। ਤੇ ਬਾਬਾ ਫਰੀਦ ਕਹਿੰਦੇ ਇਹ ਤ੍ਰੈ ਭੈਣੇ ਵੇਸ ਕਰ, ਤਾਂ ਵਸ ਆਵੀ ਕੰਤ। ਤਾਂ ਤੇਰੇ ਵਸ 'ਚ, ਬਾਬਾ ਫਰੀਦ ਜੀ ਕਹਿੰਦੇ ਨੇ, ਉਹ ਪਰਮੇਸ਼ਰ ਕੰਤ ਜਿਹੜਾ ਹੈ ਉਹ ਵਸ ਵਿੱਚ ਆ ਜਾਏਗਾ। ਤੇ ਬਾਬਾ ਫਰੀਦ ਜੀ ਨੇ ਅੱਜ ਦਾ ਜਿਹੜਾ ਬਚਨ ਕੀਤਾ ਸੀ, ਆਪ ਜੀ ਨਾਲ ਸਾਂਝਾ ਕੀਤਾ। ਕਵਣ ਸੁਵੱਖਰ ਕਵਣ ਗੁਣ, ਕਵਣ ਸੁਮਨੀਆ ਮੰਤ, ਕੌਣ ਸਵੇਸੋ ਹਉ ਕਰੀ, ਜਿਤ ਵਸ ਆਵੀ ਕੰਤ। ਨਿਮਣ ਸੁਵੱਖਰ ਖਵਣ ਗੁਣ, ਤੇਵਾ ਮਣੀਆ ਮੰਤਾ। ਏ ਤ੍ਰੈ ਭੈਣੇ ਵੇਸ ਕਰ, ਤਾਂ ਵਸ ਆਵੀ ਕੰਤਾ। ਤੁਮਾਰ ਕਿਰਪਾ ਕਰ ਸੱਚੇ ਪਾਤਸ਼ਾਹ। ਇਹ ਨਿਮਰਤਾ ਦੀ ਪੜ੍ਹਾਈ, ਇਹ ਖਵਣ ਦਾ ਸੁਭਾਅ ਗੁਰੂ ਸਾਹਿਬ ਬਖਸ਼ਿਸ਼ ਕਰਨ, ਰਹਿਮਤਾਂ ਬਖਸ਼ਾਂ ਕਰਨ।